हाँ जी स्टूडेंट्स, ਆਪਾਂ ਜਿਹੜਾ ਸਿਲੈਕਸ਼ਨ ਦਾ ਪ੍ਰੋਸੈਸ ਹੈ ਉਹ ਡਿਸਕਸ ਕਰ ਰਹੇ ਸੀ। 6th ਪੁਆਇੰਟ ਦੇਖੋ, ਸਿਲੈਕਸ਼ਨ ਇੰਟਰਵਿਊ। ਦੋਜ਼ ਕੈਂਡੀਡੇਟਸ ਹੂ ਕਲੀਅਰ ਸਿਲੈਕਸ਼ਨ ਟੈਸਟ ਦੇ ਅਪੀਅਰ ਇਨ ਅ ਸਿਲੈਕਸ਼ਨ ਇੰਟਰਵਿਊ। ਇਟ ਇਜ਼ ਅ ਫੇਸ ਟੂ ਫੇਸ ਕਨਵਰਸੇਸ਼ਨ ਬਿਟਵੀਨ ਕੈਂਡੀਡੇਟ ਐਂਡ ਦਾ ਇੰਪਲੋਇਰ। ਸੋ ਜਿਹੜੇ ਕੈਂਡੀਡੇਟ ਆ ਉਹ 5th ਪੁਆਇੰਟ ਦੇ ਵਿੱਚ ਆਪਦਾ ਟੈਸਟ ਕਲੀਅਰ ਕਰੇ ਆਉਂਦੇ ਆ, ਉਸ ਤੋਂ ਬਾਅਦ ਉਹਨਾਂ ਨੂੰ ਇੰਟਰਵਿਊ ਦੇ ਲਈ ਬੁਲਾਇਆ ਜਾਂਦਾ ਵਾ। ਹੁਣ ਜਿਹੜੀ ਇਹ ਇੰਟਰਵਿਊ ਹੁੰਦੀ ਆ, ਇਹ ਕੈਂਡੀਡੇਟ ਮਤਲਬ ਜਿਹੜਾ ਅਪਲਾਈ ਕਰਨ ਵਾਲਾ ਜੋਬ ਲਈ ਉਸ ਦੇ ਐਂਡ ਉਸ ਨੂੰ ਜੋਬ ਦੇਣ ਵਾਲੇ ਇੰਪਲੋਇਰ ਦੇ ਵਿਚਕਾਰ ਫੇਸ ਟੂ ਫੇਸ ਗੱਲਬਾਤ ਹੁੰਦੀ ਆ। This helps to analyze behavior, personality, attitude, conversation ability, intelligence, understanding and self-confidence of the candidate. So ਇਹ ਇੰਟਰਵਿਊ ਇਸ ਕਰਕੇ ਕੀਤੀ ਜਾਂਦੀ ਹੈ ਤਾਂ ਕਿ ਜਿਸ ਪਰਸਨ ਨੂੰ ਉਹਨਾਂ ਨੇ ਜੋਬ 'ਤੇ ਰੱਖਣਾ ਵਾ ਉਸ ਦਾ ਬਿਹੇਵੀਅਰ ਐਨਾਲਾਈਜ਼ ਕੀਤਾ ਜਾ ਸਕੇ, ਉਸ ਦੀ ਕਿਸ ਤਰ੍ਹਾਂ ਦੀ ਪਰਸਨੈਲਿਟੀ ਆ ਕੰਮ ਦੇ ਪ੍ਰਤੀ ਜਾਂ ਗੱਲਬਾਤ ਦੇ ਵਿੱਚ ਉਹਦਾ ਐਟੀਟਿਊਡ ਕਿਸ ਤਰ੍ਹਾਂ ਦਾ ਵਾ। ਠੀਕ ਆ, ਫਿਰ ਉਹਦੀ ਕਨਵਰਸੇਸ਼ਨ ਐਬਿਲਿਟੀ ਵੀ ਉਹਨੂੰ ਗੱਲਬਾਤ ਪ੍ਰੋਪਰ ਕਰਨੀ ਆਉਂਦੀ ਹੈ ਜਾਂ ਨਹੀਂ ਆਉਂਦੀ, ਜਾਂ ਕਿਹੜੀ ਲੈਂਗੁਏਜ ਦੇ ਵਿੱਚ ਉਹ ਜ਼ਿਆਦਾ ਵਧੀਆ ਗੱਲ ਕਰ ਪਾਉਂਦਾ ਵਾ। ਠੀਕ ਆ, ਇੰਟੈਲੀਜੈਂਸੀ ਉਹਦੀ ਚੈੱਕ ਕੀਤੀ ਜਾਂਦੀ ਆ ਅਤੇ ਅੰਡਰਸਟੈਂਡਿੰਗ ਅਤੇ ਸੈਲਫ ਕੌਨਫੀਡੈਂਸ ਉਹਦਾ ਚੈੱਕ ਕਰਦੇ ਆ ਉਹ ਇੰਟਰਵਿਊ ਦੇ ਦੌਰਾਨ। ਨੈਕਸਟ ਦੇਖੋ ਇਹਦੇ ਵਿੱਚ ਅੱਗੇ, ਫੋਲੋਇੰਗ ਆਰ ਦੀ ਮੇਨ ਓਬਜੈਕਟਿਵਸ ਆਫ ਦਾ ਇੰਟਰਵਿਊ। ਇੰਟਰਵਿਊ ਲੈਣ ਦੇ ਮੇਨ ਓਬਜੈਕਟਿਵ ਕੀ ਹੈ, ਮੇਨ ਕਾਰਨ ਪਹਿਲਾਂ ਤਾਂ ਹੈ ਕੰਪਰੀਹੈਂਸਿਵ ਇਵੈਲੂਏਸ਼ਨ ਆਫ ਦਾ ਪਰਸਨੈਲਿਟੀ ਆਫ ਦਾ ਕੈਂਡੀਡੇਟ। ਸੋ ਇਹਦੇ ਨਾਲ ਸਾਨੂੰ ਕੈਂਡੀਡੇਟ ਦੀ ਓਵਰਆਲ ਪਰਸਨੈਲਿਟੀ ਦਾ ਪਤਾ ਲੱਗ ਜਾਂਦਾ ਜਦੋਂ ਜਿਹੜਾ ਇੰਪਲੋਇਰ ਆ ਉਹ ਇੰਟਰਵਿਊ ਲੈਂਦਾ ਵਾ। ਟੂ ਵੈਰੀਫਾਈ ਦਾ ਸੁਟੇਬਿਲਿਟੀ ਆਫ ਦਾ ਕੈਂਡੀਡੇਟ ਫॉर ਵੈਕੈਂਸੀ। ਇਹਦੇ ਨਾਲ ਅਸੀਂ ਚੈੱਕ ਕਰ ਪਾਉਂਦੇ ਹਾਂ ਵੀ ਜਿਹੜੀ ਸਾਡੀ ਵੈਕੈਂਸੀ ਆ ਉਸ ਦੇ ਲਈ ਇਹ ਪਰਸਨ ਸੁਟੇਬਲ ਹੈ ਵੀ ਜਾਂ ਨਹੀਂ ਹੈ। ਠੀਕ ਆ, ਕਿਉਂਕਿ ਉਹ ਗੱਲਬਾਤ ਤੋਂ ਹੀ ਪਤਾ ਲੱਗੂਗਾ। ਠੀਕ ਆ, ਟੂ ਕ੍ਰੋਸ ਚੈੱਕ ਦਾ ਇਨਫੋਰਮੇਸ਼ਨ ਗਿਵਨ ਬਾਏ ਦਾ ਐਪਲੀਕੈਂਟ ਇਨ ਹਿਜ਼ ਐਪਲੀਕੇਸ਼ਨ। ਸੋ ਜਿਹੜਾ ਉਹਨੇ ਐਪਲੀਕੇਸ਼ਨ ਫਾਰਮ ਭਰਿਆ ਹੋਇਆ ਸੀਗਾ ਉਹ ਵਾਲੀ ਜਿਹੜੀ ਜਾਣਕਾਰੀ ਆ ਉਹਨੂੰ ਕ੍ਰੋਸ ਚੈੱਕ ਕੀਤਾ ਜਾਂਦਾ, ਉਹਨੂੰ ਪੁੱਛਿਆ ਜਾਂਦਾ ਵਾ ਤੁਸੀਂ ਕਿੰਨਾ ਐਕਸਪੀਰੀਅੰਸ ਆ, ਤੁਸੀਂ ਪਿੱਛੇ ਕਿੱਥੇ ਕੰਮ ਕਰਕੇ ਆਏ ਹੋ, ਜਾਂ ਤੁਸੀਂ ਕਿੰਨੀ ਸੈਲਰੀ ਐਕਸਪੈਕਟ ਕਰਦੇ ਹੋ। ਠੀਕ ਆ, ਤਾਂ ਸਾਰੀ ਫਿਰ ਤੋਂ ਰੀਚੈੱਕ ਹੁੰਦੀ ਆ, ਕ੍ਰੋਸ ਚੈੱਕ ਹੁੰਦੀ ਆ ਉਹ ਵਾਲੀ ਇਨਫੋਰਮੇਸ਼ਨ। ਟੂ ਪ੍ਰੋਵਾਈਡ ਨੌਲੇਜ ਅਬਾਊਟ ਦਾ ਪੋਸਟ ਟੂ ਦਾ ਐਪਲੀਕੈਂਟ। ਉਸ ਐਪਲੀਕੈਂਟ ਨੂੰ ਦੱਸਿਆ ਜਾਂਦਾ ਵੀ ਤੈਨੂੰ ਅਸੀਂ ਆਹ ਪੋਸਟ ਦੇ ਉੱਪਰ ਰੱਖਾਂਗੇ, ਅਤੇ ਚੈੱਕ ਕੀਤਾ ਜਾਂਦਾ, ਦੇਖਦੇ ਆ ਵੀ ਉਹ ਕਿਸ ਤਰ੍ਹਾਂ ਨਾਲ ਉਸ ਚੀਜ਼ ਦਾ ਆਨਸਰ ਦਿੰਦਾ ਵੀ ਵੈਦਰ ਕਿ ਉਹ ਏਬਲ ਹੈ ਉਸ ਜੋਬ ਨੂੰ ਲੈਣ ਲਈ, ਵਿਲਿੰਗ ਹੈ ਜਾਂ ਨਹੀਂ ਹੈ। ਠੀਕ ਆ, ਕਿਉਂਕਿ ਜਦੋਂ ਆਪਾਂ ਰਿਸਪੋਂਸੀਬਿਲਿਟੀਜ਼ ਦੱਸਦੇ ਹਾਂ ਨਾ ਪਰਸਨ ਨੂੰ, ਕਈ ਵਾਰ ਅਗਲਾ ਮੌਕੇ 'ਤੇ ਡਿਨਾਈ ਕਰ ਦਿੰਦਾ ਵੀ ਮੇਰੇ ਤੋਂ ਇੰਨੀ ਜ਼ਿੰਮੇਵਾਰੀ ਨਹੀਂ ਚੱਕੀ ਜਾ ਸਕਦੀ। ਠੀਕ ਆ, ਟੂ ਕਨਫਰਮ ਦਾ ਐਕਸੈਪਟੇਬਿਲਿਟੀ ਆਫ ਦਾ ਪੋਸਟ ਬਾਏ ਦਾ ਕੈਂਡੀਡੇਟ। ਫਿਰ ਉਸ ਤੋਂ ਉਹਦੀ ਕੰਸੈਂਟ ਲਈ ਜਾਂਦੀ ਹੈ, ਉਹਦੀ ਮਰਜ਼ੀ ਕਨਫਰਮ ਕਰਵਾਈ ਜਾਂਦੀ ਹੈ ਵੀ ਹਾਂ ਉਹ ਕੈਂਡੀਡੇਟ ਕਹਿੰਦਾ ਕਿ ਮੈਂ ਆਹ ਪੋਸਟ ਨੂੰ ਐਕਸੈਪਟ ਕਰੂੰਗਾ। ਅੱਗੇ ਇੰਟਰਵਿਊ ਦੇ ਕੁਛ ਟਾਈਪਸ ਹੁੰਦੇ ਆ ਜਿਹੜੇ ਤਰੀਕੇ ਨਾਲ ਇੰਟਰਵਿਊ ਲਈ ਜਾ ਸਕਦੀ ਹੁੰਦੀ ਆ। ਇੰਟਰਵਿਊ ਕੈਨ ਬੀ of various types such as pattern or structured interview, free interview, panel or board interview, group interview, stress interview और action interview। सो ये कुछ इंटरव्यूज़ के टाइप्स ने, तुसीं इहनूं एज इट इज़ पढ़ लिओ। ठीक है, अगे अपने कोल है जी 7th पॉइंट, चैकिंग रैफरेंसिस। हुण रैफरेंस चैक का मतलब की है, इन अ कंटैंपरेरी वर्ल्ड कैंडीडेट्स आर डायरेक्टेड टू name 2 or 3 renowned and experienced persons as reference in their application। ਅੱਜ ਦੇ ਟਾਈਮ ਦੇ ਵਿੱਚ ਜਿਹੜੇ ਕੈਂਡੀਡੇਟ ਅਪਲਾਈ ਕਰਦਾ ਜੋਬ ਲਈ ਉਹਨਾਂ ਤੋਂ ਰੈਫਰੈਂਸ ਮੰਗਿਆ ਜਾਂਦਾ ਵੀ ਤੁਸੀਂ 2 ਜਾਂ 3 ਪਰਸਨ ਦਾ ਨਾਮ ਦੱਸੋ ਜਿਹੜੇ ਐਕਸਪੀਰੀਅੰਸਡ ਨੇ ਅਤੇ ਤੁਹਾਨੂੰ ਜਾਣਦੇ ਨੇ। ਠੀਕ ਆ, ਦੀਜ਼ ਰੈਫਰੈਂਸ ਪਰਸਨਸ ਕੈਨ ਬੀ ਅ ਟੀਚਰ। ਹੁਣ ਇਹ ਜੇ ਤੁਸੀਂ ਰੈਫਰੈਂਸ ਦੇਣਾ ਕਿਸੇ ਆਪਦੇ ਟੀਚਰ ਦਾ ਦੇ ਸਕਦੇ ਹੋ, ਆਪਦੇ ਪ੍ਰੀਵੀਅਸ ਇੰਪਲੋਇਰ ਦਾ ਦੇ ਸਕਦੇ ਹੋ, ਪਿੱਛੇ ਤੁਸੀਂ ਜਿੱਥੇ ਜੋਬ ਕਰਕੇ ਆਏ ਹੋ, ਜਾਂ ਆਪਦੇ ਕਿਸੇ ਕੁਲੀਗ ਦਾ ਦੇ ਸਕਦੇ ਹੋ, ਮਤਲਬ ਜਿਹੜਾ ਤੁਹਾਡੇ ਨਾਲ ਜੋਬ ਕਰਦਾ ਸੀਗਾ। ਠੀਕ ਆ, ਔਰ ਐਨੀ ਅਦਰ ਰਿਸਪੋਂਸੀਬਲ ਪਰਸਨ ਹੂ ਇਜ਼ ਵੈਲ ਅਵੇਅਰ ਆਫ ਦਾ ਪਰਸਨਲ ਐਂਡ ਫੰਕਸ਼ਨਲ ਬਿਹੇਵੀਅਰ ਆਫ ਦਾ ਕੈਂਡੀਡੇਟ। ਸੋ ਜਿਹੜਾ ਕਿ ਤੁਹਾਡੇ ਬਾਰੇ ਚੰਗੀ ਤਰ੍ਹਾਂ ਨਾਲ ਤੁਹਾਨੂੰ ਨਿੱਜੀ ਤੌਰ 'ਤੇ ਪ੍ਰੋਪਰ ਜਾਣਦਾ ਵਾ ਵੀ ਤੁਹਾਡਾ ਬਿਹੇਵੀਅਰ ਕਿਸ ਤਰ੍ਹਾਂ ਦਾ ਵਾ। ਡਿਊਰਿੰਗ ਦਾ ਸਿਲੈਕਸ਼ਨ ਪ੍ਰੋਸੈਸ the suitability of the candidate for the vacancy can be verified by inquiring more about the personal and functional behavior of the candidate from the reference person। सो जो सिलेक्शन प्रोसैस होंदा है उस कैंडीडेट के बारे जी जानकारी वो वेरीफाई की जाती है, जिहदा तुसीं रैफरेंस दिता हुंदा उहनूं कॉल करके पुछदे आ कि इस परसन का बिहेवियर किस तरह का है, जां इह परसनली जे आपां गल करिए तां इस परसन दा जिवें आपां कहिए दूजिआं नाल डीलिंग किस तरह की है, दूजिआं नाल किवें डील करदा। बट दिस इज़ नॉट अ रैलेबल प्रोसैस। ये कोई बाला भरोसेयोग प्रोसैस नहीं है जो रैफरेंस वाला। ये कुछ रीजनस ने जिहदे करके ज़्यादा इनू वधिया नहीं मानते। रीजन फस्ट की आ, रैफरेंस परसन जनरली डू नॉट रिस्पोंड बिकॉज दे डू नॉट हैव एनी इंटरस्ट इन इट। ਹੁਣ ਮੰਨ ਲਓ ਤੁਸੀਂ ਕਿਸੇ ਦਾ ਰੈਫਰੈਂਸ ਦੇ ਵੀ ਦਿੱਤਾ ਆਪਦੀ ਐਪਲੀਕੇਸ਼ਨ ਦੇ ਵਿੱਚ, ਹੋ ਸਕਦਾ ਤੁਹਾਡੀ ਕਾਲ ਦਾ ਜਵਾਬ ਹੀ ਨਾ ਦੇਣ ਜਦੋਂ ਤੁਹਾਡੇ ਜਿਹੜੇ ਇੰਪਲੋਇਰ ਵੱਲੋਂ ਕਾਲ ਕੀਤੀ ਜਾਵੇ। ਰੀਜ਼ਨ ਇਹ ਆ ਕਿਉਂਕਿ ਉਹਨਾਂ ਦਾ ਇਹਦੇ ਵਿੱਚ ਕੋਈ ਇੰਟਰਸਟ ਹੀ ਨਹੀਂ ਹੁੰਦਾ, ਉਹਨਾਂ ਨੂੰ ਇਹਦੇ ਵਿੱਚ ਕੋਈ ਬੈਨੀਫਿਟ ਹੀ ਨਹੀਂ ਹੈ। ਠੀਕ ਆ, ਸੈਕਿੰਡ ਹੈ ਐਪਲੀਕੈਂਟ ਰੈਫਰ
only those persons as reference persons who give favorable information about the candidates even if it is not correct. So applicant ने ਜਿਹੜੇ ਜਾਂ candidate ਨੇ ਹਮੇਸ਼ਾ ਉਸੇ person ਦਾ name ਲਿਖਦੇ ਐਪਲੀਕੇਸ਼ਨ ਦੇ ਵਿੱਚ ਜਾਂ reference ਦੇ ਤੌਰ ਤੇ ਜਿਹੜੇ ਉਹਨਾਂ ਦੇ ਪ੍ਰਤੀ ਵਧੀਆ ਵਿਊ ਹੀ ਦੇਣਗੇ, ਠੀਕ ਆ, ਚਾਹੇ ਉਹਨਾਂ ਦੇ ਬਾਰੇ ਉਹ ਜਾਣਕਾਰੀ ਸਹੀ ਨਾ ਵੀ ਹੋਵੇ ਪਰ ਉਹਨਾਂ ਦੇ ਬਾਰੇ ਸਹੀ ਉਹ ਕਹਿਣਗੇ। ਮੇ ਬੀ ਕੋਈ ਉਹਨਾਂ ਦਾ ਫਰੈਂਡ ਕਹਿ ਲਓ ਜਾਂ ਕੋਈ ਰਿਸ਼ਤੇਦਾਰ ਕਹਿ ਲਓ ਬਟ ਹੋਵੇ ਵਧੀਆ ਪੋਸਟ ਤੇ, ਤਾਂ ਉਹਨਾਂ ਬਾਰੇ ਸਹੀ ਜਾਣਕਾਰੀ ਉਹ ਦਊਗਾ, ਠੀਕ ਆ। ਨੈਕਸਟ ਹੈ there is always a possibility of a personal bias in the inquiries from the reference persons, that's why its appropriateness is doubtful। so ਹਮੇਸ਼ਾ ਇੱਥੇ biasness ਦੀ ਹੁੰਦੀ ਆ। obvious ਆ, ਜੇ ਹੁਣ ਮੰਨ ਲਓ ਪਿਛਲੇ ਜੋਬ ਆਪਾਂ ਕਿਸੇ ਨੂੰ ਛੱਡ ਕੇ ਆਏ ਆ, ਉਹ ਇੰਪਲੋਇਰ ਦੇ ਕੋਲੇ ਆਪਣੀ ਨਹੀਂ ਬਣਦੀ ਸੀਗੀ, ਠੀਕ ਆ, ਤਾਂ ਹੀ ਜੋਬ ਛੱਡੀ ਹੋਊਗੀ। ਬਟ ਹੁਣ ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹ ਜਿਹੜਾ ਇੰਪਲੋਇਰ ਆ ਸਾਡੇ ਬਾਰੇ ਸਹੀ ਜਾਣਕਾਰੀ ਦਊਗਾ ਜੇ ਉੱਥੋਂ ਪੁੱਛਿਆ ਜਾਂਦਾ ਵਾ ਤਾਂ, ਠੀਕ ਆ। ਤਾਂ ਇਹਦੀ ਜਿਹੜੀ ਐਪਰੋਪ੍ਰੀਏਟਨੈਸ ਆ ਵੀ ਇਹ ਮੈਥਡ ਸਹੀ ਹੈ ਜਾਂ ਨਹੀਂ ਹੈ, ਤਾਂ ਇਹ ਡਾਊਟਫੁਲ ਆ। ਅੱਗੇ ਹੈ ਆਪਣੇ ਕੋਲ ਫਿਜ਼ੀਕਲ ਐਂਡ ਮੈਡੀਕਲ ਐਗਜ਼ਾਮੀਨੇਸ਼ਨ। Before the final selection, physical and medical examination of the candidate is done. Under physical examination, weight, height, eyesight, hearing ability, etc. of the candidate are examined. So ਇਹਦੇ ਵਿੱਚ ਕੀ ਆ, ਫਾਈਨਲ ਸਿਲੈਕਸ਼ਨ ਤੋਂ ਪਹਿਲਾਂ ਉਹਦਾ ਫਿਜ਼ੀਕਲ ਤੇ ਮੈਡੀਕਲ ਟੈਸਟ ਹੁੰਦਾ ਵਾ। ਫਿਜ਼ੀਕਲ ਟੈਸਟ ਦੇ ਵਿੱਚ ਉਹਦਾ ਭਾਰ, ਉਹਦੀ ਹਾਈਟ, ਉਹਦੀ ਅੱਖਾਂ ਦੀ ਨਿਗਾਹ ਤੇ ਉਹਦੀ ਸੁਣਨ ਦੀ ਐਬਿਲਿਟੀ ਸਾਰਾ ਕੁਝ ਐਗਜ਼ਾਮਿਨ ਕੀਤਾ ਜਾਂਦਾ। Physical examination is done to ensure that the candidate is healthy and he is not suffering from any serious disease। ਹੁਣ ਜਿਹੜਾ ਫਿਜ਼ੀਕਲ ਟੈਸਟ ਆ ਇਹਦਾ ਕਰਨ ਦਾ ਮੇਨ ਮੋਟਿਵ ਇਹ ਹੁੰਦਾ ਵੀ ਇਹ ਦੇਖਿਆ ਜਾਵੇ ਵੀ ਜਿਹੜੇ ਪਰਸਨ ਨੂੰ ਅਸੀਂ ਇੱਕ ਜੋਬ ਤੇ ਰੱਖ ਰਹੇ ਹਾਂ ਉਹ ਫਿਜ਼ੀਕਲੀ ਤੰਦਰੁਸਤ ਆ ਤੇ ਉਸ ਨੂੰ ਕੋਈ ਵੀ ਸੀਰੀਅਸ ਬਿਮਾਰੀ ਨਹੀਂ ਹੈ। In case of army, police and other security services, physical and medical examination is of utmost importance। so ਜੇ ਆਪਾਂ ਆਰਮੀ ਦੇ ਵਿੱਚ ਕਿਸੇ ਨੇ ਜਾਂ ਪੁਲਿਸ ਦੇ ਵਿੱਚ ਜਾਂ ਕਿਸੇ ਹੋਰ ਸਿਕਿਉਰਿਟੀ ਵਾਲੀ ਸਰਵਿਸ ਦੇ ਵਿੱਚ ਕਿਸੇ ਨੇ ਅਪਲਾਈ ਕਰਨਾ ਜੋਬ ਦੇ ਲਈ, ਤਾਂ ਉੱਥੇ ਜਿਹੜਾ ਫਿਜ਼ੀਕਲ ਐਗਜ਼ਾਮੀਨੇਸ਼ਨ ਉਹ ਜ਼ਿਆਦਾ ਇੰਪੋਰਟੈਂਟ ਆ। ਫॉर ਜੁਆਇਨਿੰਗ ਅ ਗਵਰਨਮੈਂਟ ਜੋਬ ਟੂ ਫਿਜ਼ੀਕਲ ਫਿਟਨੈਸ certificate has to be obtained from civil surgeon or the designated medical board। so ਜੇ ਆਪਾਂ ਸਰਕਾਰੀ ਜੋਬ ਵੀ ਲੈਣੀ ਆ ਫਿਰ ਵੀ ਆਪਾਂ ਨੂੰ ਮੈਡੀਕਲ ਕਰਵਾਉਣਾ ਪੈਂਦਾ, ਜਾਂ ਤਾਂ ਉਹ ਸਰਕਾਰੀ ਹਸਪੀਟਲ 'ਚ ਕੋਈ ਸਰਜਨ ਵਗੈਰਾ ਹੋਵੇ, ਕੋਈ ਪ੍ਰੋਪਰ ਡਾਕਟਰ ਹੋਵੇ, ਜਾਂ ਮੈਡੀਕਲ ਬੋਰਡ ਤੋਂ ਸਰਟੀਫਿਕੇਟ ਲੈਣਾ ਪੈਂਦਾ। ਨੈਕਸਟ ਆਪਣੇ ਕੋਲ ਹੈ ਅਗਲਾ ਪੁਆਇੰਟ final approval। if the candidate clears physical and medical examination, his selection is given final approval। so ਜਦੋਂ ਮੈਡੀਕਲ ਜਾਂ ਫਿਜ਼ੀਕਲ ਐਗਜ਼ਾਮੀਨੇਸ਼ਨ 'ਚੋਂ ਕਲੀਅਰ ਹੋ ਜਾਂਦਾ ਕੈਂਡੀਡੇਟ ਤਾਂ ਉਹਨੂੰ ਫਾਈਨਲ ਅਪਰੂਵਲ ਦੇ ਦਿੱਤੀ ਜਾਂਦੀ ਆ। after this phase, line authorities take over the administration of the selection process because the selected candidate have to work as subordinates of the line authorities। so ਜਿਹੜੀਆਂ ਵੀ ਲੋਅਰ ਲੈਵਲ ਦੀਆਂ ਲਾਈਨ ਅਥਾਰਟੀਜ਼ ਹੁੰਦੀਆਂ ਨੇ ਉਹਨਾਂ ਕੋਲ ਉਹ ਪਰਸਨ ਨੂੰ ਰੈਫਰ ਕਰ ਦਿੱਤਾ ਜਾਂਦਾ, ਭੇਜ ਦਿੱਤਾ ਜਾਂਦਾ, ਕਿਉਂਕਿ ਮੇਨ ਉਹ ਬੰਦੇ ਨੇ ਐਜ਼ ਅ ਸਬੋਰਡੀਨੇਟ ਉੱਥੋਂ ਹੀ ਕੰਮ ਸ਼ੁਰੂ ਕਰਨਾ ਵਾ। ਜਨਰਲੀ ਅ ਨਿਊ EMPLOYEE is initially appointed on probation for some time to check his performance। probation ਪੀਰੀਅਡ ਹੁੰਦਾ, ਕੁਝ ਸਮੇਂ ਦੇ ਲਈ ਉਹਨੂੰ ਟਾਈਮ ਦਿੱਤਾ ਜਾਂਦਾ ਵੀ ਤੁਸੀਂ 1 ਮਹੀਨਾ ਪਹਿਲਾਂ ਕੰਮ ਕਰੋ ਫਿਰ ਦੇਖਦੇ ਹਾਂ, ਫਿਰ ਉਸ ਤੋਂ ਬਾਅਦ ਉਹਨੂੰ ਅੱਗੇ ਪਰਮਾਨੈਂਟ ਕਰਦੇ ਆ, ਠੀਕ ਆ। ਸੋ ਇਹ ਚੀਜ਼ ਦਾ ਇਫੈਕਟ ਪੈਂਦਾ ਵਾ। if there is some shortcoming in his performance, then either he is given some time to improve or he is shifted to some other functional post। so ਜੇ ਤਾਂ ਕੰਮ ਉਹ ਸਹੀ ਕਰਦਾ ਤਾਂ ਓਕੇ ਆ, ਬਟ ਜੇ ਉਹਦੇ ਕੰਮ ਦੇ ਵਿੱਚ ਕੁਝ ਕਮੀਆਂ ਨੇ ਤਾਂ ਉਸ ਨੂੰ ਕੁਝ ਟਾਈਮ ਦਿੱਤਾ ਜਾਂਦਾ ਵੀ ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰ ਲਓ, ਜਾਂ ਉਹਨੂੰ ਸ਼ਿਫਟ ਕਰ ਦਿੱਤਾ ਜਾਂਦਾ ਕਿਸੇ ਹੋਰ ਪੋਸਟ ਦੇ ਉੱਪਰ। ਜਨਰਲੀ ਇਨ ਨੋਰਮਲ ਸਰਕਮਸਟਾਂਸਿਸ ਸਰਵਿਸਿਜ਼ ਆਰ ਨਾਟ ਟਰਮੀਨੇਟਡ ਇਨ ਦਿਸ ਫੇਜ਼। ਹੁਣ ਇਹ ਨਹੀਂ ਹੁੰਦਾ ਵੀ ਆਪਾਂ 1 ਮਹੀਨਾ ਉਹ ਤੋਂ ਕੰਮ ਕਰਵਾ ਕੇ ਦੇਖ ਲਿਆ ਤੇ ਨਹੀਂ ਵਧੀਆ ਕੀਤਾ ਤਾਂ ਆਪਾਂ ਨੂੰ ਜੋਬ ਤੋਂ ਹੀ ਕੱਢ ਦੇਣਾ, ਕਿਉਂਕਿ ਉਹਨੇ ਪਹਿਲੇ 8 ਸਟੈਪ ਦਾ ਕਲੀਅਰ ਕੀਤੇ ਆ ਨਾ, ਠੀਕ ਆ। ਸੋ ਉਹਨੂੰ ਇੱਦਾਂ ਨਹੀਂ ਹੁੰਦਾ ਵੀ ਉਹਨੂੰ ਟਰਮੀਨੇਟ ਹੀ ਕਰ ਦੇਣਗੇ, ਜੋਬ ਤੋਂ ਕੱਢ ਦੇਣਗੇ, ਨਹੀਂ, ਠੀਕ ਆ। ਉਹਨੂੰ ਕੁਛ ਟਾਈਮ ਦਿੰਦੇ ਆ। ਵੈਨ ਪ੍ਰੋਬੇਸ਼ਨ ਪੀਰੀਅਡ ਐਂਡਸ ਅਪੁਆਇੰਟਮੈਂਟ ਆਫ EMPLOYEE ਇਜ਼ ਮੇਡ ਪਰਮਾਨੈਂਟ, ਤਾਂ ਫਿਰ ਉਹਨੂੰ ਪੱਕੇ ਤੌਰ 'ਤੇ ਜੋਬ 'ਤੇ ਰੱਖ ਲਿਆ ਜਾਂਦਾ ਜਦੋਂ ਪ੍ਰੋਬੇਸ਼ਨ ਪੀਰੀਅਡ ਖਤਮ ਹੋ ਜਾਂਦਾ। ਨੈਕਸਟ ਆਪਣੇ ਕੋਲ 10th ਪੁਆਇੰਟ ਹੈ ਪਲੇਸਮੈਂਟ ਐਂਡ ਓਰੀਐਂਟੇਸ਼ਨ। ਇਹ ਆਪਾਂ ਪਹਿਲਾਂ ਵੀ ਪੜ੍ਹਿਆ ਹੋਇਆ। After final approval of the selection of the candidate, there comes the phase of placement and orientation। so final approval ਤੋਂ ਬਾਅਦ ਇੱਕ ਜਿਹੜਾ ਪੁਆਇੰਟ ਆਉਂਦਾ ਹੈ ਲਾਸਟ ਵਾਲਾ, ਉਹ ਹੈ ਜੀ ਪਲੇਸਮੈਂਟ ਤੇ ਓਰੀਐਂਟੇਸ਼ਨ। ਸਭ ਤੋਂ ਪਹਿਲਾਂ ਪਲੇਸਮੈਂਟ ਦੇਖੋ। ਅ ਸੁਟੇਬਲ EMPLOYEE ਇਜ਼ ਅਪੁਆਇੰਟਡ ਐਟ ਐਵਰੀ ਫੰਕਸ਼ਨਲ ਪੋਸਟ। ਪਲੇਸਮੈਂਟ ਦੇ ਵਿੱਚ ਕੀ ਆ ਕਿ ਆਪਾਂ ਇੱਕ ਸੁਟੇਬਲ ਪਰਸਨ ਨੂੰ ਉਹਦੀ ਫੰਕਸ਼ਨਲ ਪੋਸਟ ਜਿਹੜੀ ਉਹਦੇ ਲਈ ਸੁਟੇਬਲ ਆ ਉਹ 'ਤੇ ਆਪਾਂ ਲਗਾ ਦਿੱਤਾ। ਆਫਟਰ ਦਿਸ ਅਪੁਆਇੰਟਮੈਂਟ ਦੈਟ EMPLOYEE ਇਜ਼
ਇਹ ਅਪੋਇੰਟਮੈਂਟ ਕਰਨ ਤੋਂ ਬਾਅਦ ਉਹ ਇੰਪਲੋਈ ਕੀ ਹੋਊਗਾ, ਰਿਸਪੌਂਸੀਬਲ ਹੋਊਗਾ ਟੂ ਪਰਫੋਰਮ ਦਾ ਫੰਕਸ਼ਨਸ ਆਫ ਦੈਟ ਪੋਸਟ ਅੰਡਰ ਦਾ ਪ੍ਰੋਸੈਸ ਆਫ ਓਰੀਐਂਟੇਸ਼ਨ। ਦੇਖੋ ਪਹਿਲਾਂ ਇਹ ਦੱਸਿਆ ਵਾ ਕਿ ਜਦੋਂ ਉਸ ਪਰਸਨ ਦੀ ਇੱਕ ਪਰਟੀਕੂਲਰ ਪੋਸਟ ਦੇ ਉੱਪਰ ਆਪਾਂ ਕਹਿ ਦਈਏ ਸਿਲੈਕਸ਼ਨ ਕਰਕੇ ਉਹਨੂੰ ਰੱਖ ਲਿਆ ਜਾਂਦਾ, ਪਲੇਸ ਕਰ ਦਿੱਤਾ ਜਾਂਦਾ, ਤਾਂ ਹੁਣ ਉਸ ਕੰਮ ਨੂੰ ਪੂਰਾ ਕਰਨ ਦੀ, ਪਰਫੋਰਮ ਕਰਨ ਦੀ ਜਿਹੜੀ ਜ਼ਿੰਮੇਵਾਰੀ ਆ ਉਸ ਪੋਸਟ ਦੀ ਉਹ ਪਰਸਨ ਦੀ ਹੋਊਗੀ। ਠੀਕ ਆ। ਅੰਡਰ ਦਾ ਪ੍ਰੋਸੈਸ ਆਫ ਓਰੀਐਂਟੇਸ਼ਨ ਨਿਊ ਇੰਪਲੋਈਜ਼ ਆਰ ਮੇਡ ਅਵੇਅਰ ਅਬਾਊਟ ਦਾ ਆਰਗੇਨਾਈਜੇਸ਼ਨ। ਓਰੀਐਂਟੇਸ਼ਨ ਉਹ ਪ੍ਰੋਸੈਸ ਹੁੰਦਾ ਜਿਹਦੇ ਵਿੱਚ ਜੇ ਆਪਾਂ ਕੋਈ ਨਵਾਂ ਇੰਪਲੋਈ ਕੰਮ 'ਤੇ ਰੱਖਿਆ, ਉਹਨੂੰ ਆਪਦੀ ਔਰਗਨਾਈਜੇਸ਼ਨ ਬਾਰੇ, ਆਪਦੀ ਸੰਸਥਾ ਬਾਰੇ ਅਵੇਅਰ ਕਰਦੇ ਹਾਂ, ਉਹਦੀ ਪੋਸਟ ਕੀ ਆ ਉਹਦੇ ਬਾਰੇ ਦੱਸਿਆ ਜਾਂਦਾ, ਦੇਅਰ ਫੰਕਸ਼ਨਲ ਰਿਸਪੌਂਸਿਬਿਲਿਟੀਜ਼, ਉਹਦੀਆਂ ਜ਼ਿੰਮੇਵਾਰੀਆਂ ਕੀ ਆ, ਵਰਕਿੰਗ ਇਨਵਾਇਰਮੈਂਟ ਕਿਸ ਤਰ੍ਹਾਂ ਦਾ ਔਰਗਨਾਈਜੇਸ਼ਨ ਦਾ, ਸਟਰਕਚਰ ਐਂਡ ਇੰਪਲੋਈਜ਼ ਆਫ ਦਾ ਔਰਗਨਾਈਜੇਸ਼ਨ ਦੇ ਵਿੱਚ ਇੰਪਲੋਈਜ਼ ਦੇ ਨਾਲ ਮਿਲਾਇਆ ਜਾਂਦਾ ਵਾ, ਰੂਲ ਰੈਗੂਲੇਸ਼ਨਸ, ਪੋਲਿਸੀਜ਼ ਉਹਨੂੰ ਦੱਸੀਆਂ ਜਾਂਦੀਆਂ ਨੇ ਵੀ ਆਪਣੇ ਇੱਥੇ ਆਹ ਫੋਲੋ ਕਰਦੇ ਆ, ਉਹਦੇ ਸੁਪੀਰੀਅਰ ਬਾਰੇ, ਉਹਦੇ subordinates ਬਾਰੇ ਉਹਨੂੰ ਦੱਸਿਆ ਜਾਂਦਾ। The main objective behind this is to provide a cordial and convenient working environment to the new employee so that they may work efficiently। ਸੋ ਇਹ ਓਰੀਐਂਟੇਸ਼ਨ ਕਰਨ ਦਾ ਸਾਡਾ ਮੇਨ ਓਬਜੈਕਟਿਵ ਇਹ ਹੁੰਦਾ ਕਿ ਜਿਹੜਾ ਇੰਪਲੋਈ ਅਸੀਂ ਨਵਾਂ ਰੱਖਿਆ ਵਾ ਉਹ ਵਰਕਿੰਗ ਇਨਵਾਇਰਮੈਂਟ ਦੇ ਅਕੋਰਡਿੰਗ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਢਾਲ ਲਵੇ ਅਤੇ ਐਫੀਸ਼ੈਂਸੀ ਨਾਲ ਕੰਮ ਕਰੇ। ਠੀਕ ਆ ਜੀ। ਨੈਕਸਟ ਵੀਡੀਓ ਦੇ ਵਿੱਚ ਆਪਾਂ ਟ੍ਰੇਨਿੰਗ ਐਂਡ ਡਿਵੈਲਪਮੈਂਟ ਵਾਲਾ ਜਿਹੜਾ ਟੋਪਿਕ ਆ ਉਹ ਡਿਸਕਸ ਕਰਾਂਗੇ।